जोड़ ਦੇ ਵਿੱਚ ਸੰਭਾਵਿਤ ਸੀਟ ਸ਼ੇਅਰਿੰਗ ਕੀ ਹੋ ਸਕਦੀ ਹੈ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਬੀਜੇਪੀ 65 ਤੋਂ 70 ਸੀਟਾਂ ਦੇ ਉੱਤੇ ਮੈਦਾਨ ਦੇ ਵਿੱਚ ਉਤਰ ਸਕਦੀ ਹੈ। 65 ਤੋਂ 70 ਸੀਟਾਂ ਜਦੋਂ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਗਠਜੋੜ ਸੀ ਤਾਂ ਉਸ ਸਮੇਂ ਅਕਾਲੀ ਦਲ ਦੇ ਵੱਲੋਂ ਜਿਹੜੀਆਂ 23 ਸੀਟਾਂ ਬੀਜੇਪੀ ਨੂੰ ਦਿੱਤੀਆਂ ਜਾਂਦੀਆਂ ਸੀ। ਮੈਂ ਇਸ ਸਮੀਕਰਨਾਂ ਦਾ ਜ਼ਿਕਰ ਕਰਾਂਗਾ ਪਰ ਇਸ ਸਭ ਦੇ ਵਿਚਾਲੇ ਤਾਂ ਮੁੱਖ ਮੰਤਰੀ ਚੰਨੀ ਵੀ ਥੋੜੀ ਦੇਰ ਦੇ ਵਿੱਚ ਮੀਡੀਆ ਦੇ ਮੁਖਾਤਿਬ ਹੋਣਗੇ। ਮੈਂ ਰੁਕ ਕਰਾਂਗਾ ਚਮਕੌਰ ਸਾਹਿਬ ਦਾ ਵੀ, ਪਰ ਇਸ ਵਿਚਾਲੇ ਅਸੀਂ ਜ਼ਿਕਰ ਕਰ ਰਹੇ ਹਾਂ ਅਕਾਲੀ ਦਲ ਸੰਯੁਕਤ पंजाब लोग कांग्रेस ते बीजेपी एक गठजोड़ है। गठजोड़ के तौर के उत्ते तीनों लीडर एक स्टेज के उत्ते नजर आउणगे। बीजेपी पंजाब दे विच किस नूं अपना चेहरा बनाउंदी है या कैप्टन अमरिंदर सिंह नूं चेहरा बना के चोणां लड़दी है या किस तरीके नाल चोणां दे मैदान दे विच उतरदी है वो देखण वाला एक रहेगा जो इस समय जानकारी मिल रही है, क्योंकि हुण तक ये साफ होया है कि गठजोड़ होवेगा तिन्हां दा, पर इस गठजोड़ दे विच किस दे कोल किन्नियां सीटां होणगियां उस बारे कोई जानकारी नहीं है। इस करके सिर्फ क्यास ने जो सूत्र साडे टॉप सोर्सेज जानकारी दे रहे हैं वही है कि 65 तो 70 सीटां ਜਿਹੜੇ ਅਨਾਉਂਸਮੈਂਟ ਹੋ ਸਕਦੀ ਹੈ ਜੋ ਬੀਜੇਪੀ ਦੇ ਖਾਤੇ ਹੋਣਗੀਆਂ। ਹੁਣ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕਿਹੜੀ ਸੀਟ ਕਿਹੜੀ ਪਾਰਟੀ ਦੇ ਵੱਲੋਂ ਕਿੰਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤਾਂ ਕਾਂਗਰਸ, ਆਮ ਆਦਮੀ ਪਾਰਟੀ, ਉਸ ਤੋਂ ਬਾਅਦ ਬੀਐਸਪੀ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਤੇ ਫਿਰ ਐਸਐਸਐਮ, ਇਹਨਾਂ ਦੇ ਵੱਲੋਂ ਜਿਹੜੀਆਂ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ। ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ। ਕਾਂਗਰਸ ਨੇ ਇੱਕੋ ਲਿਸਟ ਜਾਰੀ ਕੀਤੀ, 86 ਉਮੀਦਵਾਰਾਂ ਦਾ ਨਾਮ ਉਸ ਦੇ ਵਿੱਚ ਲਿਆ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ। 117 ਦੇ ਵਿੱਚੋਂ ਕਾਂਗਰਸ ਦਾ ਕਿਸੇ ਨਾਲ ਗਠਜੋੜ ਨਹੀਂ, 31 ਸੀਟਾਂ ਦੇ ਉੱਤੇ ਉਮੀਦਵਾਰ ਐਲਾਨਣੇ ਨੇ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸ਼ਨੀਵਾਰ ਨੂੰ ਬਾਕੀ ਦੇ 31 ਉਮੀਦਵਾਰਾਂ ਦੇ ਨਾਮ ਵੀ ਕਾਂਗਰਸ ਦੇ ਵੱਲੋਂ ਸਾਹਮਣੇ ਰੱਖ ਦਿੱਤੇ ਜਾਣਗੇ। ਤਾਂ 86 ਦੇ ਵਿੱਚ 4 ਤਾਂ ਵਿਧਾਇਕਾਂ ਦੀ ਟਿਕਟ ਕੱਢ ਦਿੱਤੀ। ਕੁਝ ਵਿਧਾਇਕ ਜਾਂ ਮੰਤਰੀ ਜਿਹੜੇ ਸਾਬਕਾ ਸੀ ਉਹ ਛੱਡ ਕੇ ਕਾਂਗਰਸ ਨੂੰ ਗਏ, ਇਸ ਕਰਕੇ ਟਿਕਟਾਂ ਬਦਲੀਆਂ ਗਈਆਂ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, 113 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। 117 ਦੇ ਵਿੱਚੋਂ ਮੈਂ ਵਾਪਸ ਉਸ ਕੋਸ਼ਿਸ਼ ਕਰਾਂਗਾ ਗ੍ਰਾਫਿਕ ਦੇ ਉੱਤੇ ਆ ਸਕਾਂ। ਤੇ ਉਸ ਤੋਂ ਬਾਅਦ ਬੀਐਸਪੀ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਰੀਬ 114 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ। ਇਹ ਵੀ ਖਾਸ ਹੈ ਕਿ 20 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਲੜੇਗਾ ਤੇ ਬਾਕੀ ਸੀਟਾਂ ਦੇ ਉੱਤੇ ਮਾਫੀ ਚਾਹੂੰਗਾ 20 ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਲੜੇਗੀ ਤੇ ਬਾਕੀ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ, ਯਾਨੀ ਕਿ 97 ਸੀਟਾਂ ਦੇ ਉੱਤੇ। ਅਕਾਲੀ ਦਲ ਦੀਆਂ ਵੀ 2-3 ਸੀਟਾਂ ਨੇ ਜਿਨ੍ਹਾਂ ਦੇ ਉੱਤੇ ਅਨਾਉਂਸਮੈਂਟ ਨਹੀਂ ਕੀਤੀ। ਉਹਨਾਂ ਦੇ ਵਿੱਚੋਂ ਇੱਕ ਅੰਮ੍ਰਿਤਸਰ ਈਸਟ, ਇੱਕ ਲੰਬੀ, ਇਹ ਦੋਵੇਂ ਹਲਕੇ ਹੈਗੇ ਨੇ। ਅੰਮ੍ਰਿਤਸਰ ਈਸਟ ਨਵਜੋਤ ਸਿੰਘ ਸਿੱਧੂ ਦਾ ਹੈ। ਕਿਆਸ ਰਾਈਆਂ ਨੇ ਕਿ ਉੱਥੋਂ ਬਿਕਰਮ ਮਜੀਠੀਆ ਮੈਦਾਨ ਦੇ ਵਿੱਚ ਉਤਰ ਸਕਦੇ ਨੇ, ਇੱਕ ਮਜੀਠਾ ਹਲਕਾ ਔਰ ਦੂਜਾ ਅੰਮ੍ਰਿਤਸਰ ਈਸਟ। ਦੋਵੇਂ ਹਲਕਿਆਂ ਦੇ ਵਿੱਚ ਬਿਕਰਮ ਮਜੀਠੀਆ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਿਆ ਜਾ ਸਕਦਾ ਹੈ। ਤੇ ਜੋ ਮੈਂ ਜ਼ਿਕਰ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵੱਲੋਂ ਜਿਹੜੇ 94+14 ਹੁਣ ਤੱਕ ਉਮੀਦਵਾਰਾਂ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਔਰ ਬੀਐਸਪੀ 6 ਉਮੀਦਵਾਰਾਂ ਦਾ ਨਾਮ ਐਲਾਨਣਾ ਬਾਕੀ ਹੈ ਤੇ 3 ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਐਲਾਨ ਨੇ ਜਾਣੇ ਨਾਮ ਅਜੇ ਬਾਕੀ ਨੇ। ਇੱਥੇ ਬੀਜੇਪੀ ਪਲੱਸ ਜਿਹੜੇ ਹੈਗੇ ਨੇ, ਬੀਜੇਪੀ ਦਾ ਗਠਜੋੜ ਜਿਹੜਾ, ਉਹਨਾਂ ਦੇ ਵੱਲੋਂ ਹੁਣ ਤੱਕ ਕੋਈ ਵੀ ਖਾਸ ਹੈ ਕਿ ਕੋਈ ਵੀ ਹੁਣ ਤੱਕ ਇਹਨਾਂ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੋਈ ਵੀ ਇੱਕ ਟਿਕਟ ਦੇ ਉੱਤੇ ਨਹੀਂ ਕੀਤਾ ਗਿਆ, ਜਦਕਿ ਸੰਯੁਕਤ ਮੋਰਚਾ ਵੀ ਇਸ ਵਾਰ ਮੈਦਾਨ ਦੇ ਵਿੱਚ ਹੈ। ਸੰਯੁਕਤ ਮੋਰਚੇ ਦਾ ਗਠਜੋੜ ਹੈ ਐਸਐਸਐਮ ਤੇ ਐਸਐਸਪੀ, ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸਮਾਜ ਪਾਰਟੀ ਚੜੂਨੀ ਵਾਲਾ ਜਿਹੜਾ ਧੜਾ ਹੈ ਉਸ ਦੇ ਨਾਲ। ਉਹਨਾਂ ਨੂੰ 10 ਸੀਟਾਂ ਦਿੱਤੀਆਂ ਗਈਆਂ ਨੇ, 9 ਦੇ ਉੱਤੇ ਉਮੀਦਵਾਰ ਉਹਨਾਂ ਨੇ ਐਲਾਨ ਦਿੱਤੇ ਨੇ। ਭੁਲੱਥ ਦੀ ਸੀਟ ਹੀ ਬਾਕੀ ਹੈ ਜਿੱਥੇ ਸੰਯੁਕਤ ਸਮਾਜ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾਣੇ ਨੇ। ਤਾਂ ਇਹ ਸਾਰੇ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੀ ਪਾਰਟੀ ਦੇ ਵੱਲੋਂ ਹੁਣ ਤੱਕ ਕਿੰਨੇ ਉਮੀਦਵਾਰ ਐਲਾਨ ਦਿੱਤੇ ਗਏ ਨੇ। ਕੋਸ਼ਿਸ਼ ਹੈ ਕਿ ਹਰ ਜਿਹੜਾ ਸਮੀਕਰਨ ਉਹ ਤੁਹਾਡੇ ਤੱਕ ਪਹੁੰਚਾ ਸਕੀਏ। ਕੁਝ ਹੋਰ ਗ੍ਰਾਫਿਕਸ ਦੇ ਜ਼ਰੀਏ ਤੁਹਾਡੇ ਤੱਕ ਪੰਜਾਬ ਦੇ ਸਮੀਕਰਨ ਪਹੁੰਚਾਵਾਂਗੇ, ਜਾਣਕਾਰੀ ਪਹੁੰਚਾਵਾਂਗੇ। ਕਾਂਗਰਸ ਦੇ ਵਿੱਚ ਟਿਕਟ ਨੂੰ ਲੈ ਕੇ ਜਿੱਥੇ ਕਲੇਸ਼ ਹੈ ਹੁਣ ਉਹ ਵੀ ਤੁਹਾਨੂੰ ਦਿਖਾਣੇ ਆ। ਪਹਿਲਾਂ ਵੀ ਗ੍ਰਾਫਿਕ ਤੁਸੀਂ ਦੇਖ ਰਹੇ ਸੀ ਤਾਂ ਜਿੱਥੇ ਕਲੇਸ਼ ਹੈ ਜਿਹੜੀਆਂ ਸੀਟਾਂ ਦੇ ਉੱਤੇ ਉਹ ਦਿਖਾ ਰਿਹਾ। ਬਟਾਲਾ ਤੋਂ ਕਹਿੰਦੇ ਨੇ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਕਿ ਮੈਨੂੰ ਟਿਕਟ ਦਿੱਤੀ ਜਾਵੇ। ਫਤਿਹਗੜ੍ਹ ਚੂੜੀਆਂ ਤੋਂ ਆਲਰੇਡੀ ਉਹਨਾਂ ਦੀ ਟਿਕਟ ਅਨਾਉਂਸ ਕਰ ਦਿੱਤੀ ਗਈ ਹੈ ਤਾਂ ਉੱਥੇ ਰੇਡਕਾ ਜੇ ਹੈ। ਬਟਾਲਾ ਤੋਂ ਹੁਣ ਕਿਸ ਨੂੰ ਐਲਾਨਿਆ ਜਾਵੇਗਾ? ਅਸ਼ਵਨੀ ਸੇਖੜੀ ਉੱਥੇ ਹੈਗੇ ਨੇ। ਅਟਾਰੀ ਤੋਂ ਵੀ ਇਸ ਸਮੇਂ ਜ਼ਰੂਰ ਇੱਕ ਤੁਸੀਂ ਕਹਿ ਸਕਦੇ ਹੋ ਕਿ ਦੁਚਿੱਤੀ ਵਾਲੀ ਸਥਿਤੀ ਕਾਂਗਰਸ ਦੇ ਵਿੱਚ ਨਜ਼ਰ ਆਉਂਦੀ ਹੈ। ਖੇਮਕਰਨ, ਅਟਾਰੀ, ਖਡੂਰ ਸਾਹਿਬ ਤੇ ਭੋਆ, ਇਹ ਸਾਰੇ ਜਿਹੜੇ ਕਾਂਗਰਸ ਦੇ ਜਿੱਤੇ ਹੋਏ ਹਲਕੇ ਨੇ ਉੱਥੇ ਇਸ ਸਮੇਂ ਜ਼ਰੂਰ ਕੁਝ ਨਾ ਕੁਝ ਕਾਂਗਰਸ ਤੁਸੀਂ ਕਹਿ ਸਕਦੇ ਹੋ ਕਿ ਸ਼ਸ਼ੋ ਪੰਜ ਦੇ ਵਿੱਚ ਹੈ। ਪਰ ਜਿਸ ਤਰੀਕੇ ਨਾਲ ਪਹਿਲੀ ਲਿਸਟ ਦੇ ਵਿੱਚ ਕਾਂਗਰਸ ਦਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਰੋਡ ਮੈਪ ਨਜ਼ਰ ਆਇਆ ਟਿਕਟਾਂ ਦੇਣ ਨੂੰ ਲੈ ਕੇ, ਤਾਂ ਕਾਂਗਰਸ ਨੇ ਨਾਰਾਜ਼ਗੀਆਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦੀ ਸੀਟ ਮੰਨ ਦੇ ਵਿੱਚ ਖੂਬ ਬੇਸ਼ੱਕ ਚੱਲੀ ਹੋਵੇ, ਪਰ ਦੂਜੇ ਪਾਸੇ ਜਿਹੜੇ ਵਿਧਾਇਕ ਨੇ ਜ਼ਿਆਦਾ ਉਹਨਾਂ ਦੀਆਂ ਟਿਕਟਾਂ ਨਹੀਂ ਕੱਟੀਆਂ ਗਈਆਂ। ਜਿਹੜੇ ਕੈਪਟਨ ਦੇ ਕਰੀਬੀ ਸੀ ਉਹਨਾਂ ਨੂੰ ਵੀ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਜਿਹੜੇ ਸਾਬਕਾ ਮੰਤਰੀ ਸੀ ਉਹਨਾਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਹੁਣ ਲਾਜ਼ਮੀ ਤੌਰ ਤੇ ਇੱਥੇ ਦੇਖਣਾ ਹੋਏਗਾ ਕਿ ਕੀ ਕੁਝ ਹੁੰਦਾ ਹੈ। ਇਹ ਜਿਹੜੀਆਂ ਸੀਟਾਂ ਤੁਹਾਨੂੰ ਦਿਖਾ ਰਹੇ ਹਾਂ, ਪਟਿਆਲਾ ਸ਼ਹਿਰੀ ਕੈਪਟਨ ਅਮਰਿੰਦਰ ਸਿੰਘ ਇੱਥੋਂ ਆਉਂਦੇ ਨੇ। ਸ਼ੁਤਰਾਣਾ ਤੋਂ ਜਿਹੜੇ ਵਿਧਾਇਕ ਆਉਂਦੇ ਨੇ ਉਹ ਖੁੱਲ੍ਹ ਕੇ ਕੈਪਟਨ ਦੇ ਖਿਲਾਫ, ਪਾਰਟੀ ਦੇ ਖਿਲਾਫ ਬੋਲਦੇ, ਖਾਸ ਤੌਰ ਤੇ ਕੈਪਟਨ ਦੇ ਖਿਲਾਫ ਬੋਲਦੇ ਨਜ਼ਰ ਆਏ ਸੀ। ਤਾਂ ਇੱਥੇ ਵੀ ਜ਼ਰੂਰ ਸਸਪੈਂਸ ਬਣਿਆ ਹੋਇਆ ਕਿ ਆਖਿਰ ਇੱਥੇ
ਕੀ ਕੁਝ ਹੋਏਗਾ। ਜਿਹੜੀ ਕਾਂਗਰਸ ਦੇ ਵਿੱਚ ਟਿਕਟਾਂ ਦੇ ਉੱਤੇ ਅਨਾਉਂਸਮੈਂਟ ਬਾਕੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ। ਨਕੋਦਰ ਦੀ ਸੀਟ ਬਾਕੀ ਹੈ, ਬੰਗਾ ਦੀ ਸੀਟ ਬਾਕੀ ਹੈ, ਨਵਾਂ ਸ਼ਹਿਰ ਦੀ ਸੀਟ ਬਾਕੀ ਹੈ, ਖਰੜ ਦੀ ਸੀਟ ਬਾਕੀ ਹੈ। ਇੱਥੇ ਹੁਣ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਟਿਆਲਾ ਸ਼ਹਿਰੀ ਦਾ ਮੈਂ ਜ਼ਿਕਰ ਕਰ ਰਿਹਾ ਸੀ, ਉੱਥੇ ਵੀ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। 31 ਟੋਟਲ ਹਲਕੇ ਨੇ ਜਿੱਥੇ ਹੁਣ ਤੱਕ ਐਲਾਨ ਬਾਕੀ ਹੈ, ਤਾਂ ਇਹ ਉਹ ਹਲਕਿਆਂ ਦੇ ਵਿੱਚੋਂ 4 ਹਲਕੇ ਨੇ ਜਿੱਥੇ ਐਲਾਨ ਬਾਕੀ ਹੈ। ਇਹ ਵੀ ਹੈ ਕਿ ਜਿਹੜੇ ਮੌਜੂਦਾ ਵਿਧਾਇਕ ਬਾਕੀ ਹੈਗੇ ਨੇ, ਕਰੀਬ ਕੁਝ ਵਿਧਾਇਕ ਨੇ ਜਿਨ੍ਹਾਂ ਨੂੰ ਟਿਕਟ ਹੁਣ ਤੱਕ ਅਨਾਉਂਸ ਨਹੀਂ ਕੀਤੀ ਗਈ ਹੈ ਤੇ ਉਹਨਾਂ ਦੇ ਹਲਕੇ 'ਚ ਕੋਈ ਹੋਰ ਹੋਵੇਗਾ, ਇਹ ਵੀ ਹੁਣ ਤੱਕ ਅਨਾਉਂਸਮੈਂਟ ਨਹੀਂ ਕੀਤੀ ਗਈ ਹੈ। ਤਾਂ ਇਹ ਸਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹਨਾਂ ਸੀਟਾਂ ਦੇ ਉੱਤੇ ਐਲਾਨ ਹੋਣੇ ਅਜੇ ਬਾਕੀ ਨੇ। ਤਾਂ ਕਾਂਗਰਸ ਦੇ ਵਿੱਚ ਟਿਕਟ ਦੇ ਲਈ ਕਲੇਸ਼ ਹੈ, ਪਰ ਹੋ ਸਕਦਾ ਕਿ ਸ਼ਨੀਵਾਰ ਨੂੰ ਇਹ ਤਸਵੀਰ ਸਾਫ਼ ਹੋ ਜਾਵੇ ਕਿ ਆਖਿਰ ਕਿਹੜੀ ਸੀਟ ਦੇ ਉੱਤੇ ਕਿਹੜਾ ਉਮੀਦਵਾਰ ਹੋਵੇਗਾ ਔਰ 31 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਐਲਾਨੀਆਂ ਜਾਂਦੀਆਂ ਨੇ। ਔਰ ਵੱਖ-ਵੱਖ ਜ਼ਿਲ੍ਹਿਆਂ ਦਾ ਵੀ ਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਜਿਹੜੀਆਂ ਲੁਧਿਆਣੇ ਦੀਆਂ ਸੀਟਾਂ ਬਾਕੀ ਨੇ, ਲੁਧਿਆਣਾ ਜ਼ਿਲ੍ਹੇ ਦੀਆਂ, ਤਾਂ ਉਹ ਵੀ ਤੁਹਾਨੂੰ ਦੱਸਦੇ ਹਾਂ। ਸਮਰਾਲੇ ਦੀ ਸੀਟ ਅਜੇ ਐਲਾਨੀ ਜਾਣੀ ਬਾਕੀ ਆ, ਉੱਥੋਂ ਕਾਂਗਰਸ ਦੇ MLA ਆਉਂਦੇ ਨੇ। ਸਾਹਨੇਵਾਲ ਦੀ ਸੀਟ ਅਜੇ ਬਾਕੀ ਹੈ। ਲੁਧਿਆਣਾ ਸਾਊਥ ਅਜੇ ਬਾਕੀ ਹੈ। ਲੁਧਿਆਣਾ ਸਾਊਥ ਬਲਵਿੰਦਰ ਬੈਂਸ ਉੱਥੋਂ ਜਿੱਤੇ ਹੋਏ ਨੇ, ਸਿਮਰਜੀਤ ਬੈਂਸ ਦੇ ਭਰਾ। ਆਤਮਨਗਰ ਕਾਂਗਰਸ ਨੇ ਐਲਾਨ ਦਿੱਤੀ ਹੈ। ਗਿੱਲ ਵਿਧਾਨ ਸਭਾ ਹਲਕਾ ਇੱਥੋਂ ਕੁਲਦੀਪ ਵੈਦ ਆਉਂਦੇ ਨੇ, ਕਾਂਗਰਸ ਦੇ ਵਿਧਾਇਕ। ਇਹ ਸੀਟ ਅਜੇ ਐਲਾਨੀ ਜਾਣੀ ਬਾਕੀ ਹੈ ਤੇ ਜਗਰਾਉਂ ਦੀ ਸੀਟ ਵੀ ਐਲਾਨੀ ਜਾਣੀ ਅਜੇ ਬਾਕੀ ਹੈ। ਕਾਂਗਰਸ ਦੀਆਂ ਉਹ ਸੀਟਾਂ ਨੇ ਜਿੱਥੇ ਐਲਾਨ ਹੋਣਾ ਅਜੇ ਬਾਕੀ ਹੈ। ਉਸ ਤੋਂ ਬਾਅਦ ਫਿਰੋਜ਼ਪੁਰ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਫਿਰੋਜ਼ਪੁਰ ਤੇ ਫਾਜ਼ਿਲਕਾ ਦੀਆਂ। ਫਿਰੋਜ਼ਪੁਰ ਦਿਹਾਤੀ ਅਜੇ ਐਲਾਨੀ ਜਾਣੀ ਬਾਕੀ ਹੈ। ਬਹੁਤ ਚਰਚਾ ਦੇ ਵਿੱਚ ਰਹੀ ਹੈ ਫਿਰੋਜ਼ਪੁਰ ਦਿਹਾਤੀ, ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਕੈਂਡੀਡੇਟ ਸੀ ਉਹ ਛੱਡ ਕੇ BJP ਦੇ ਵਿੱਚ ਆ ਗਏ, ਆਸ਼ੂ ਬਾਗੜ। ਤੇ ਜਦੋਂ ਕਾਂਗਰਸ ਦੇ ਵਿੱਚ ਜੁਆਇਨ ਹੋਏ ਤਾਂ ਤਕਰੀਬਨ ਉਸੇ ਸਮੇਂ CM ਨੇ ਐਲਾਨ ਕਰ ਦਿੱਤਾ ਸੀ ਕਿ ਇਹ ਹੋਣਗੇ ਉਮੀਦਵਾਰ। ਹਾਲਾਂਕਿ ਅਜੇ ਤੱਕ ਅਨਾਉਂਸਮੈਂਟ ਅਫੀਸ਼ੀਅਲ ਤੌਰ ਦੇ ਉੱਤੇ ਜਿਹੜੀ ਹੋਣੀ ਆ ਉਹ ਬਾਕੀ ਹੈ। ਇੱਥੋਂ ਆਸ਼ੂ ਬਾਂਗੜ ਹੀ ਤੁਹਾਨੂੰ ਚੋਣ ਲੜਦੇ ਹੋਏ ਕਾਂਗਰਸ ਵੱਲੋਂ ਨਜ਼ਰ ਆ ਸਕਦੇ ਨੇ। ਗੁਰੂ ਹਰਸਹਾਏ ਵੀ ਬਹੁਤ ਇੰਪੋਰਟੈਂਟ ਹੈ। ਗੁਰੂ ਹਰਸਹਾਏ ਰਾਣਾ ਸੋਢੀ ਦਾ ਵਿਧਾਨ ਸਭਾ ਹਲਕਾ ਹੈ, ਜੋ ਕੈਬਨਿਟ ਮੰਤਰੀ ਸੀ, ਛੱਡ ਕੇ BJP ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਦੇ BJP 'ਚ ਸ਼ਾਮਲ ਹੋਣ ਤੋਂ ਬਾਅਦ ਵੀ ਬਹੁਤ ਸਾਰੀਆਂ ਕਿਆਸਰਾਈਆਂ ਇਸ ਸਮੇਂ ਲੱਗ ਰਹੀਆਂ ਨੇ। ਇੱਥੋਂ ਤੱਕ ਜਾਣਕਾਰੀਆਂ ਆ ਰਹੀਆਂ ਨੇ ਕਿ ਉਹ ਕਮਬੈਕ ਕਰ ਸਕਦੇ ਨੇ ਪਾਰਟੀ ਦੇ ਵਿੱਚ, ਜਾਂ ਕੀ ਅੱਗੇ ਉਹਨਾਂ ਦਾ ਸਿਆਸੀ ਕਦਮ ਹੋਏਗਾ ਉਸ ਦੇ ਉੱਤੇ ਨਜ਼ਰ ਹੈ। ਜਲਾਲਾਬਾਦ ਸੁਖਬੀਰ ਬਾਦਲ ਦਾ ਹਲਕਾ, ਇੱਥੋਂ ਰਵਿੰਦਰ ਆਮਲਾ ਆਉਂਦੇ ਨੇ, ਜਿਹੜੇ ਜ਼ਿਮਨੀ ਚੋਣ ਜਿੱਤੇ ਸੀ ਕਾਂਗਰਸ ਦੇ ਵਿਧਾਇਕ। ਮੌਜੂਦਾ ਸਮੇਂ ਦੇ ਵਿੱਚ ਅਜੇ ਤੱਕ ਉਹਨਾਂ ਦੀ ਟਿਕਟ ਅਨਾਉਂਸ ਨਹੀਂ ਹੋਈ। ਇਹ ਵੀ ਜਾਣਕਾਰੀਆਂ ਮਿਲ ਰਹੀਆਂ ਕਿ ਜਿਹੜੇ ਰਵਿੰਦਰ ਆਮਲਾ ਉਹ ਆਪਣਾ ਹਲਕਾ ਬਦਲ ਕੇ ਗੁਰੂ ਹਰਸਹਾਏ ਜਾ ਸਕਦੇ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ। ਨਾਲ ਨੇ ਫਿਰੋਜ਼ਪੁਰ ਫਾਜ਼ਿਲਕਾ। ਤਾਂ ਜਲਾਲਾਬਾਦ ਤੋਂ ਕੌਣ ਮੈਦਾਨ ਦੇ ਵਿੱਚ ਹੋਵੇਗਾ ਉਸ ਤੇ ਨਜ਼ਰ ਹੈ। ਫਾਜ਼ਿਲਕਾ ਵਿਧਾਨ ਸਭਾ ਸੀਟ ਵੀ ਅਜੇ ਐਲਾਨੀ ਜਾਣੀ ਬਾਕੀ ਹੈ। ਤੇ ਉਹ ਸੀਟਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਐਲਾਨ ਹੋਣੇ ਅਜੇ ਬਾਕੀ ਹੈ। ਉਸ ਤੋਂ ਬਾਅਦ ਜੇ ਮੈਂ ਰੁਕ ਕਰਾਂ ਮੁਕਤਸਰ ਸਾਹਿਬ ਦਾ, ਤਾਂ ਇਹ ਸੀਟ ਦੇ ਉੱਤੇ ਵੀ ਅਜੇ ਅਨਾਉਂਸਮੈਂਟ ਬਾਕੀ ਹੈ। ਮੁਕਤਸਰ ਸਾਹਿਬ ਦੀ ਸੀਟ ਤੇ ਆ ਫਰੀਦਕੋਟ ਜ਼ਿਲ੍ਹੇ ਦੀਆਂ 2 ਸੀਟਾਂ ਨੇ, ਕੋਟਕਪੂਰਾ ਤੇ ਜੈਤੋ। ਫਰੀਦਕੋਟ ਦੀ ਢਿੱਲੋਂ ਟਿਕਟ ਦੇ ਦਿੱਤੀ ਗਈ ਕਾਂਗਰਸ ਦੇ ਵੱਲੋਂ। ਕੋਟਕਪੂਰਾ ਤੇ ਜੈਤੋ ਤੋਂ ਅਜੇ ਤੱਕ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਗਈ ਹੈ। ਮੁਕਤਸਰ ਸਾਹਿਬ ਦੇ ਵਿੱਚ ਵੀ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ 2017 ਦੇ ਵਿੱਚ। ਉੱਥੇ ਰੋਜ਼ੀ ਬਰਕੰਦੀ ਬਤੌਰ ਵਿਧਾਇਕ ਚੁਣ ਕੇ ਆਏ ਸੀ, ਤਾਂ ਉਸ ਸੀਟ ਦੇ ਉੱਤੇ ਵੀ ਹੁਣ ਤੱਕ ਐਲਾਨ ਨਹੀਂ ਕੀਤਾ ਗਿਆ। 2 ਜ਼ਿਲ੍ਹਿਆਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਹਾਲਾਂਕਿ ਗਿੱਦੜਬਾਹਾ ਤੋਂ ਮੁਕਤਸਰ ਦੇ ਵਿੱਚ ਹੀ ਆਉਂਦਾ ਗਿੱਦੜਬਾਹਾ, ਉੱਥੋਂ ਰਾਜਾ ਵੜਿੰਗ ਨੂੰ ਪਹਿਲਾਂ ਹੀ ਅਨਾਉਂਸਮੈਂਟ ਕਰ ਦਿੱਤਾ ਗਿਆ ਕੈਬਨਿਟ ਮੰਤਰੀ ਨੇ, ਔਰ ਉਹਨਾਂ ਦਾ ਹਲਕਾ ਵੀ ਹੈ। ਤਾਂ ਇਹ ਉਹ ਸੀਟਾਂ ਨੇ ਜਿੱਥੇ ਅੱਜ ਤੱਕ ਕਾਂਗਰਸ ਨੇ ਐਲਾਨ ਨਹੀਂ ਕੀਤਾ। ਤਾਂ ਕਿ ਇਹਨਾਂ ਸੀਟਾਂ ਦੇ ਉੱਤੇ ਜਿੱਥੋਂ ਮੌਜੂਦਾ ਵਿਧਾਇਕ ਵੀ ਕਾਂਗਰਸ ਦੇ ਨੇ, ਉੱਥੇ ਕੋਈ ਵੱਖਰੇ ਸਮੀਕਰਨ ਨਜ਼ਰ ਆ ਸਕਦੇ ਨੇ ਕਿ ਕਾਂਗਰਸ ਦੇ ਵੱਲੋਂ ਆਪਣੇ ਕੁਝ ਮੌਜੂਦਾ ਵਿਧਾਇਕਾਂ ਨੂੰ ਕੋਈ ਝਟਕਾ ਦਿੱਤਾ ਜਾ ਸਕਦਾ ਹੈ। ਇਹ ਬਹੁਤ ਕਿਆਸ ਲੱਗ ਰਹੇ ਨੇ। ਪਹਿਲੀ ਲਿਸਟ ਦੇ ਵਿੱਚ ਨਜ਼ਰ ਮਾਰੀਏ ਤਾਂ ਕੁਝ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ, ਜਿਨ੍ਹਾਂ ਦੇ ਵਿੱਚ ਇੱਕ ਨਾਮ, ਜੇ ਅਸੀਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਜ਼ਿਕਰ ਕਰੀਏ, ਬੱਲੂਆਣਾ ਤੋਂ ਜਿਹੜਾ ਮੌਜੂਦਾ ਵਿਧਾਇਕ ਸੀ ਨਥੂਰਾਮ, ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਔਰ ਵੱਖ-ਵੱਖ ਥਾਵਾਂ ਦੇ ਉੱਤੇ ਟਿਕਟਾਂ ਕੱਟੀਆਂ ਗਈਆਂ ਨੇ। ਤੇ ਉਸ ਤੋਂ ਬਾਅਦ ਮੈਂ ਰੁਕ ਕਰਦਾ ਹਾਂ ਇਹ ਮਾਨਸਾ ਜ਼ਿਲ੍ਹਾ ਤੇ ਸੰਗਰੂਰ ਜ਼ਿਲ੍ਹਾ, ਜਿੱਥੇ ਅਜੇ ਟਿਕਟ ਅਨਾਉਂਸ ਕਰਨੀ ਬਾਕੀ ਹੈ। ਸਰਦੂਲਗੜ੍ਹ ਦੀ ਟਿਕਟ ਅਜੇ ਬਾਕੀ ਹੈ, ਕਿਉਂਕਿ ਸਰਦੂਲਗੜ੍ਹ ਨੂੰ ਲੈ ਕੇ ਪਹਿਲਾਂ ਬਹੁਤ ਚਰਚਾਵਾਂ ਸੀ ਕਿ ਸਰਦੂਲਗੜ੍ਹ ਤੋਂ ਜਿਹੜੇ ਸਿੱਧੂ ਮੂਸੇਵਾਲਾ ਹੋ ਸਕਦੇ ਨੇ। ਖੈਰ ਉਹ ਮਾਨਸਾ ਤੋਂ ਅਨਾਉਂਸ ਕਰ ਦਿੱਤੇ ਗਏ। ਮਾਨਸਾ ਵਿਧਾਨ ਸਭਾ ਹਲਕਾ ਉਹ ਚੋਣ ਲੜ ਰਹੇ ਨੇ। ਦਿੜਬਾ ਤੋਂ ਵੀ ਅਜੇ ਅਨਾਉਂਸਮੈਂਟ ਬਾਕੀ ਹੈ। ਸੁਨਾਮ ਤੋਂ ਵੀ ਅਜੇ ਬਾਕੀ ਹੈ। ਦੋਵੇਂ ਸੀਟਾਂ, ਇਨਫੈਕਟ 3 ਸੀਟਾਂ ਜਿਹੜੀਆਂ ਕਾਂਗਰਸ ਦੇ ਕੋਲ ਨਹੀਂ ਸੀ, ਅਸੀਂ ਉਸ ਦਾ ਜ਼ਿਕਰ ਕਰ ਰਹੇ ਹਾਂ। ਦਿੜਬਾ ਤੋਂ ਹਰਪਾਲ ਚੀਮਾ ਜਿੱਤ ਕੇ ਆਏ, ਜੋ ਵਿਰੋਧੀ ਧਿਰ ਦੇ ਆਗੂ ਚੁਣੇ ਗਏ ਆਮ ਆਦਮੀ ਪਾਰਟੀ ਦੇ। ਸੁਨਾਮ ਤੋਂ ਅਮਨ ਅਰੋੜਾ ਜਿੱਤ ਕੇ ਆਏ, ਜੋ ਇੱਕ ਵਾਰ ਫਿਰ ਤੋਂ ਉੱਥੋਂ ਤੋਂ ਉਮੀਦਵਾਰ ਨੇ। ਦਿੜਬਾ ਤੋਂ ਵੀ ਹਰਪਾਲ ਚੀਮਾ ਉਮੀਦਵਾਰ ਨੇ। ਤਾਂ ਇਹ ਉਹ ਸੀਟਾਂ ਨੇ ਜਿੱਥੇ ਆਮ ਆਦਮੀ ਪਾਰਟੀ ਦਾ 2017 ਦੇ ਵਿੱਚ ਜ਼ਬਰਦਸਤ ਪ੍ਰਭਾਵ ਰਿਹਾ ਸੀ। ਇਸ ਕਰਕੇ ਇਹ ਸੀਟਾਂ ਦੇ ਉੱਤੇ ਅੱਜ ਤੱਕ ਸ਼ਾਇਦ ਇਸ ਕਰਕੇ ਅਨਾਉਂਸਮੈਂਟ ਨਹੀਂ ਹੋਈ। ਉਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੀਆਂ ਵੀ ਸੀਟਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਇੱਥੇ ਵੀ ਅਨਾਉਂਸਮੈਂਟ ਨਹੀਂ ਹੋਈ। 3 ਸੀਟਾਂ ਦੀ ਅਨਾਉਂਸਮੈਂਟ ਨਹੀਂ ਕੀਤੀ ਗਈ ਹੈ। ਇਹ ਆਮ ਆਦਮੀ ਪਾਰਟੀ ਨੇ ਇੱਥੇ ਜਿੱਤ ਹਾਸਲ ਕੀਤੀ ਸੀ। ਭਦੌੜ, ਬਰਨਾਲਾ ਤੇ ਮਹਿਲ ਕਲਾਂ, ਇਹ 3 ਸੀਟਾਂ ਅਜੇ ਅਨਾਉਂਸਮੈਂਟ ਕੀਤੀ ਜਾਣੀ ਬਾਕੀ ਹੈ ਕਾਂਗਰਸ ਦੇ ਵੱਲੋਂ। ਜਿਹੜੀਆਂ 31 ਸੀਟਾਂ ਬਾਕੀ ਨੇ ਉਹਨਾਂ ਦੇ ਵਿੱਚੋਂ
ये असीं तुहानूं दिखा रहे हैं कि जिथे जिथे कांग्रेस ने अजे तक अपनी टिकटां दे पत्ते नहीं खोले ने कि आखिर उत्थों कौन उम्मीदवार होवेगा। तो मौजूदा विधायकों को टिकट का जिन्होंने इंतजार है वो तुहानूं दिखा रहे हैं। जोगिंदरपाल भोआ खूब चर्चा दे विच रहे ने और कई कंट्रोवर्सीज उन्होंने नाम नाल जुड़ियां ते भोआ तो अजे तक माझे तो आउंदे ने ते जोगिंदरपाल भोआ मौजूदा विधायक ने पर टिकट हुण तक अनाउंस नहीं की गई है। उस तो बाद तरसेम डीसी की टिकट अजे तक अनाउंस नहीं की गई है या उन्होंने हल्के च भी किसी की टिकट अनाउंस नहीं हुई है। अटारी तो आउंदे ने वो जित के ते वो हल्के मैं तुहानूं दिखा रहे हैं जिथे मौजूदा समय दे विच कांग्रेस के विधायक ने पर कांग्रेस ने हुण तक अपने उम्मीदवारों का ऐलान किया नहीं है। उस तो बाद खेमकरण भी सुखपाल भुल्लर इत्थों जित के आए सी। ये सरहदी इलाके ने ते इत्थे किस तरीके दे नाल माझे दीयां टिकटां असीं तुहानूं दिखाईयां ने तां उत्थे की कुछ होएगा लाजमी तौर पर सबनों इंतजार है। ये खडूर साहब की सीट बहुत अहम है। सिक्की कैप्टन के करीबी कहे जाते रहे ने। जो बेअदबी का मामला 2015 के बरगाड़ी च होया तो सिक्की ने अपने विधान सभा हल्के तो अस्तीफा दे दिता सी। उस तो बाद मैदान के आए 2017 के उन्होंने जित हासिल की। खडूर साहब तो एक बार फिर तो MLA बने तो फिलहाल उन्होंने टिकट रमनजीत सिक्की की अनाउंस नहीं की गई है। नवां शहर तो अंगद सिंह सैनी की टिकट हुण तक अनाउंस नहीं हुई। ये एक नौजवान आगू ने कांग्रेस के नवां शहर तो हुणे जांदे ने कांग्रेस दे विच जां नहीं एक बड़ा सवाल है। अंगद सैनी की पत्नी जरूर क्योंकि उत्तर प्रदेश तो ने ते उन्हां दे वल्लों जरूर कांग्रेस हाईकमान के उत्ते निशाने साधे जाते रहे ने। इस करके थोड़ा जिहा कांग्रेस के नाल उन्हां दे जिहड़े समीकरण ने फिट भी नहीं बैठते और वो छड्ड भी गए कांग्रेस। तो अंगद सैनी नूं टिकट मिलेगी या नहीं मिलेगी अजे तक उन्होंने इंतजार है। पर यह भी नाम बहुत अहम है अमरीक सिंह ढिल्लों समराला तो यह बड़ा आगू उत्थे दा कहा जाता है पर समराला दे विच हुण तक उन्हां दी टिकट अनाउंस नहीं की गई है। समराला दे विच इंटरस्टिंग इस करके भी इस बार चोण होने की उम्मीद है क्योंकि समराला तो ही बलबीर सिंह राजेवाल चोण मैदान दे विच होणगे जिहड़े संयुक्त समाज मोर्चे के जरिए अपने चोण पिंड दे विच उतर रहे ने ते अपनी किस्मत आजमा रहे ने ते वो जिहड़े विधायक ने जिन्हां दी अजे तक टिकट की जिहड़ी उम्मीद है अजे तक पूरी नहीं हुई है। उस तो बाद कुलदीप सिंह वैद गिल हल्के तो आउंदे ने मौजूदा विधायक ने साबका IAS ऑफिसर ने और हुण तक इन्हां दी भी टिकट अनाउंस नहीं हुई है। उस तो बाद सत्कार कौर गहरी फिरोजपुर देहाती इन्हां दी टिकट कट्टे जाण दीयां बहुत चर्चावां ने क्योंकि फिरोजपुर देहाती तो जो मैं पहला जिक्र कर रहा कि आम आदमी पार्टी छड्ड के आए उत्थे दे उन्हां दे उम्मीदवार आम आदमी पार्टी के आशू बांगड़ उन्हां दी टिकट तकरीबन फिरोजपुर देहाती तो कन्फर्म है। दविंदर सिंह घुबाया अपने बयानों को लैके खूब चर्चा के रहे ने। 2017 के उमर को लैके विरोधियों के वलों निशाने साधे गए सी। अज तक इन्हां दी भी टिकट अनाउंस नहीं की गई है। कुलदीप वैद सत्कार कौर गहरी ते दविंदर घुबाया इन्हां दी टिकट हुण तक अनाउंस नहीं हुई है। इन्हां नूं इंतजार होएगा। हालांकि कुलदीप वैद दा तुसीं कह सकते हो कि अपर हैंड नज़र आउंदा है जिस तरीके नाल वो नज़र आए ने पिछले कुछ समय दे विच कि उन्हां दी टिकट तकरीबन पक्की होएगी। उस तो बाद जो मैं पहला जिक्र कर रहा सी कि ये वो विधायक ने जिन्होंने बहुत खुल के कैप्टन के खिलाफ बोले। सुरजीत धीमान अमरगढ़ तो ये अमरगढ़ तो आते हैं पर हुण तक टिकट अनाउंस नहीं हुई। सुरजीत धीमान बहुत खुल के बोलते नजर आते सी ते कुछ इस तरीके नाल ही निर्मल सिंह बोलते सी शुतराणा तो जो विधायक ने इन्हां दी भी टिकटां हुण तक अनाउंस नहीं कीतियां गईयां ने और इन्हां दियां टिकटां हुण इन्हां नूं मिलदियां ने या नहीं मिलदियां क्योंकि कैप्टन के खिलाफ मोर्चा खोलण वाले जिहड़े मोहरी कतार दे आगू सी कैबिनेट मंत्रियों तो बाद तां सुरजीत धीमान ते निर्मल सिंह तुसीं कह सकते हो जिन्होंने खुल के बोली। तो जो मैं पहला जिक्र कर रहा सी जलालाबाद विधानसभा हल्के का रविंदर आमला उत्थों आते हैं। रविंदर आमला जिमनी चोण जिते सी 2017 के सुखबीर बादल ने वो चोण जिती सी। जलालाबाद की फाइट बड़ी जबरदस्त सी 2017 के 2017 च रविंदर आमला नहीं सी बाद जिमनी चोण जिती है। जलालाबाद सीट के उत्ते 2017 के सुखबीर बादल वर्सेज भगवंत मान वर्सेज रवनीत बिट्टू ये समीकरण सी। हालांकि सुखबीर बादल का हल्का कहा जाता है बहुत बड़ी गिनती के उत्थे जरूर उन्होंने वोटां पईयां ते जित हासिल की सुखबीर बादल ने। तो उस तो बाद जो सुखबीर बादल 2019 के लोक सभा चोण जितते हैं फिरोजपुर लोक सभा हल्के तो उस तो बाद इतों लाजमी तौर पर उन्होंने रिजाइन करना पैना सी। तो उन्होंने जलालाबाद हल्का छड़ दिता तो फिर उत्थे जिमनी चोण हुई तो उत्थों रविंदर आमला कांग्रेस के जितण दे विच कामयाब रहे सी। इस बार टक्कर किहो जी होएगी क्योंकि सुखबीर बादल तो एक बार फिर तो चोण मैदान दे विच हैगे ने। हुण गल करदे हां असीं श्रोमणी अकाली दल दी जिहड़ियां सीटां हुण तक बाकी ने। अकाली दल ने किहड़ियां सीटां ते अनाउंसमेंट नहीं की। 97 सीटां दे उत्ते गठजोड़ दे विच श्रोमणी अकाली दल चोण मैदान दे विच उन्हां दे विचों 3 सीटां हुण तक अकाली दल ने अनाउंस नहीं कीतियां ने। एक सीट है लंबी दी, एक है अमृतसर ईस्ट दी ते एक है बाबा बकाला दी। लंबी विधान सभा हल्के तो साबका CM प्रकाश सिंह बादल चोण लड़ते रहे ने
और जित हासिल करके सीएम बने और लंबी हुण तक बादलों का गढ़ कहा जाता है लंबी विधान सभा हल्के नूं। ये बहुत सारिया चर्चावां सी कि हरसिमरत कौर बादल उथों टिकट मंग रहे हैं पार्टी तो। खैर सुखबीर सिंह बादल ने क्लीयर कर दिता सी कि हरसिमरत कौर बादल चोण नहीं लड़ रहे हैं। तो लंबी विधान सभा हल्के तो कौन मैदान दे विच होएगा? बादल परिवार दे विचों कि साबका सीएम प्रकाश सिंह बादल दोबारा चोण मैदान दे विच उतरदे ने। हुण तक जो संकेत मिले ने वो यही मिल रहे हैं कि लंबी और जलालाबाद दोवें सीटां दे उत्ते अकाली दल के प्रधान सुखबीर सिंह बादल ही चोण मैदान दे विच उतर सकते हैं, एक क्यास लग रहे हैं। उस तो बाद अमृतसर ईस्ट नवजोत सिंह सिद्धू वाला विधान सभा हल्का है, इत्थों भी हुण तक अनाउंसमेंट अकाली दल ने नहीं की है। और अमृतसर ईस्ट तो बिक्रम मजीठिया चोण मैदान दे विच हो सकते हैं। इस समय खूब चर्चावां जड़ियां लगाईयां जा रही ने, क्यास लगाए जा रहे हैं, क्योंकि 2 दिन पहला हुई प्रैस कॉन्फ्रेंस दे विच जो सवाल किया गया बिक्रम मजीठिया ते सुखबीर सिंह बादल नूं कि अमृतसर ईस्ट सीट तो तुसीं लड़ रहे हो, तो उन्होंने जवाब सी कि तुसी की चाहते हो, तो ना नहीं की गई, यानी डिनाई नहीं किया गया। तो एक तुसी क्यास लगा सकते हो कि अमृतसर ईस्ट विधान सभा हल्के तो चोण मैदान दे विच उतर सकते हैं बिक्रम मजीठिया। तो हॉट सीट बन जाएगी, ऑलरेडी हॉट सीट है क्योंकि नवजोत सिंह सिद्धू उतों चोण मैदान दे विच ने। तो नवजोत सिंह सिद्धू वर्सेस बिक्रम मजीठिया की चोण मैदान दे विच होएगा, ये एक बड़ा सवाल जरूर है। उस तो बाद बाबा बकाला की भी हुण तक जी सीट है वो श्रोमणी अकाली दल के वलों अनाउंस नहीं की गई है। अकाली दल ते बहुजन समाज पार्टी का गठजोड़ है, तो तुहानूं दस दिए कि 97 सीटां दे उत्ते अकाली दल चोण लड़ रहा है तो 20 सीटां दे उत्ते बहुजन समाज पार्टी चोण लड़ रही है। अकाली दल ने 97 दे विचों 94 सीटां दे उत्ते अपने उम्मीदवार ऐलान दिते ने, जबकि गल करिए असीं बहुजन समाज पार्टी की तो 20 दे विचों 14 सीटां दे उत्ते उन्हां दे वल्लों भी अपने उम्मीदवार ऐलान दिते गए हैं। असीं अगे वधदे हां ते श्रोमणी अकाली दल तो बाद हुण असीं रुख करांगे आम आदमी पार्टी का। आम आदमी पार्टी 117 सीटां दे उत्ते इकल्ले चोण लड़ रही है। 2017 ਦੇ ਵਿੱਚ ਗੜਜੋੜ ਸੀ ਲੋਕ ਇਨਸਾਫ ਪਾਰਟੀ ਦੇ ਨਾਲ 5 ਸੀਟਾਂ ਉਹਨਾਂ ਨੂੰ ਦਿੱਤੀਆਂ ਗਈਆਂ ਸੀ ਲੁਧਿਆਣੇ ਵਾਲੀਆਂ, ਤੇ ਇਸ ਵਾਰ ਕੋਈ ਗੜਜੋੜ ਨਹੀਂ ਹੈ। 117 ਸੀਟਾਂ ਦੇ ਉੱਤੇ ਚੋਣ ਲੜ ਰਹੀ ਆਮ ਆਦਮੀ ਪਾਰਟੀ। ਹਾਲਾਂਕਿ ਪਹਿਲਾਂ ਗੜਜੋੜ ਨੂੰ ਲੈ ਕੇ ਬਹੁਤ ਕਿਆਸ ਲੱਗ ਰਹੇ ਸੀ, ਪਰ ਕਿਹੜੀਆਂ ਸੀਟਾਂ ਨੇ ਜਿਹੜੀਆਂ ਹੁਣ ਤੱਕ ਅਨਾਉਂਸ ਨਹੀਂ ਕੀਤੀਆਂ ਗਈਆਂ ਨੇ? ਉਹਨਾਂ ਦੇ ਵਿੱਚੋਂ ਇੱਕ ਸੀਟ ਹੈ ਲਹਿਰਾ ਦੀ। ਲਹਿਰਾ ਭਗਵੰਤ ਮਾਨ ਦੀਆਂ ਬਹੁਤ ਚਰਚਾਵਾਂ ਸੀ ਕਿ ਲਹਿਰਾ ਜਾਂ ਧੂਰੀ ਦੇ ਵਿੱਚੋਂ ਇੱਕ ਦੇ ਉੱਤੇ ਉਮੀਦਵਾਰ ਹੋ ਸਕਦੇ ਨੇ। खैर उन्होंने धूरी चुन ली है तो लहरा खाली है। लहरा तो कौन चोण मैदान दे विच होएगा, एक बड़ा सवाल है। लहरा विधान सभा हल्के दे विच 2017 च भी बहुत करड़ी टक्कर वेखण नूं मिली सी, उत्थे रजिंदर कौर भट्ठल ते परमिंदर ढींडसा सामने हुंदे ने। तो हुण आम आदमी पार्टी का किहड़ा उम्मीदवार होएगा उस दे उत्ते लाजमी तौर पर नज़र रहेगी। उस तो बाद खडूर साहब सीट, और खडूर साहब जो असीं लगातार जिक्र कर रहे हैं पंथक सीट है, ये भी अज तक अनाउंसमेंट नहीं की गई है। उस तो बाद सुजानपुर की सीट, सुजानपुर जिहड़ियां बीजेपी ने 2017 ਦੇ ਵਿੱਚ 3 सीटां जित्तियां, फगवाड़ा, अबोहर ते तीजी सुजानपुर तो दिनेश ਬੱਬੂ मौजूदा समय ਦੇ ਵਿੱਚ ਜਿਹੜੇ विधायक ने बीजेपी ਦੇ ਨੇ, ਤਾਂ ਇਹ सीट भी अजे अनाउंस होनी बाकी है। ਇਹ सुजानपुर तो कौन होएगा आम आदमी पार्टी का चेहरा, वो भी अनाउंसमेंट बाकी है। ये सीट माझे ਦੇ ਵਿੱਚ ਪੈਂਦੀ ਹੈ ਪਠਾਨਕੋਟ वाले पासे। ਤੇ ਉਸ ਤੋਂ ਬਾਅਦ ਦਾਖਾਂ विधान सभा हल्का, ਦਾਖਾਂ ਦੇ ਵਿੱਚ 2017 की जेकर असीं गल करिए तो HS फूलका ने जित इत्थों हासिल की सी, एक वड्डी जित हासिल की सी। मनप्रीत इयाली इत्थे बहुत एक्टिव हुंदे ने। दाखा विधान सभा हल्का दे विच जिमनी चोण हुंदी है क्योंकि HS फूलका ने छड़ दित्ती सी वो सीट। तो उस तो बाद मनप्रीत इयाली ने चोण मैदान दे विच उतर के उत्थे बाई इलैक्शन दे विच जित हासिल की। वो बहुत करड़ी फाइट सी क्योंकि एक पासे कैप्टन संदीप संधू सी। तो कांग्रेस इत्थों अनाउंस कर चुकी है कैप्टन संदीप संधू नूं, और अकाली दल अपने मौजूदा विधायक नूं उतार चुकी है मनप्रीत इयाली नूं दाखा विधान सभा हल्के तो। ते उस तो बाद हुण आम आदमी पार्टी का उत्थों चेहरा कौन होवेगा उस दे उत्ते अजे भी सस्पेंस लाजमी तौर पर बरकरार है।